Hello students, in today's video we will discuss about the natural disaster named flood. Now we start the reading. Due to the heavy rains, water flow in the rivers and streams is beyond their carrying capacity. This surplus water affects the surrounding area. This condition is known as flood. ਸਟੂਡੈਂਟਸ ਕਈ ਵਾਰ ਕੀ ਹੁੰਦਾ ਕਿ ਜ਼ਿਆਦਾ ਵਰਖਾ ਦੇ ਕਰਕੇ ਦਰਿਆਵਾਂ ਅਤੇ ਨਦੀਆਂ ਵਿੱਚ ਇਹਨਾਂ ਦੀ ਸਮਰੱਥਾ ਤੋਂ ਜ਼ਿਆਦਾ ਪਾਣੀ ਆ ਉਹ ਆ ਜਾਂਦਾ। ਜਦੋਂ ਇਹ ਜ਼ਿਆਦਾ ਪਾਣੀ ਆ ਜਿਹੜਾ ਆਸ-ਪਾਸ ਦੇ ਇਲਾਕੇ ਨੂੰ ਪ੍ਰਭਾਵਿਤ ਕਰਦਾ ਅਤੇ ਇਸ ਸਥਿਤੀ ਨੂੰ ਹੀ ਹੜ੍ਹ ਆਖਦੇ ਹਨ, ਫਲੱਡ ਆਖਦੇ ਹਨ। ਮੀਨਸ ਕਿ ਜਦੋਂ ਦਰਿਆਵਾਂ ਅਤੇ ਨਦੀਆਂ ਦੇ ਵਿੱਚ ਇਹਨਾਂ ਦੀ ਸਮਰੱਥਾ ਤੋਂ ਜ਼ਿਆਦਾ ਮੀਨਸ ਇਹ ਜਿੰਨਾ ਪਾਣੀ ਆਪਣੇ ਵਿੱਚ ਸਮਾ ਸਕਦੀਆਂ ਉਸ ਤੋਂ ਜ਼ਿਆਦਾ ਜਿਹੜਾ ਪਾਣੀ ਆ ਬਾਰਿਸ਼ਾਂ ਦੇ ਕਾਰਨ ਇਹਨਾਂ ਦੇ ਵਿੱਚ ਇਕੱਠਾ ਹੋ ਜਾਂਦਾ ਅਤੇ ਉਹ ਪਾਣੀ ਆ ਜਿਹੜਾ ਇਹਨਾਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਜੋ ਆਸ-ਪਾਸ ਦੇ ਇਲਾਕਿਆਂ 'ਤੇ ਮਾਰ ਕਰਦਾ ਅਤੇ ਇਸ ਸਥਿਤੀ ਨੂੰ ਹੀ ਫਲੱਡ ਕਿਹਾ ਜਾਂਦਾ, ਹੜ੍ਹ ਆਖਦੇ ਹਨ। Sometimes the floods cause a large scale destruction of life and property. ਕਈ ਵਾਰੀ ਕੀ ਹੁੰਦਾ ਕਿ ਹੜ੍ਹ ਆ ਜਿਹੜੇ ਉਹ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਦਿੰਦੇ ਨੇ। The main causes of the floods are given as below. ਹੜ੍ਹਾਂ ਦੇ ਆਉਣ ਦੇ ਕਾਰਨ ਆ ਜਿਹੜੇ ਉਹ ਮੁੱਖ ਹੇਠ ਲਿਖੇ ਕਾਰਨ ਨੇ। ਫਸਟ, ਹੈਵੀ ਰੇਨਸ, ਜ਼ਿਆਦਾ ਵਰਖਾ। ਹਾਈ ਸਪੀਡ ਸਾਈਕਲੋਨਸ, ਤੇਜ਼ ਚੱਕਰਵਾਤਾਂ ਦਾ ਆਉਣਾ। ਨੈਕਸਟ, ਬਸਟਿੰਗ ਆਫ ਕਲਾਊਡਸ, ਬੱਦਲਾਂ ਦਾ ਫਟਣਾ। ਪੂਅਰ ਡਰੇਨੇਜ ਸਿਸਟਮ, ਪਾਣੀ ਦੇ ਨਿਕਾਸ ਦਾ ਜਿਹੜਾ ਪ੍ਰਬੰਧ ਆ ਉਹ ਠੀਕ ਨਾ ਹੋਣਾ। ਅੱਗੇ ਈ ਪੁਆਇੰਟ ਹੈ ਡੀਪੋਜੀਸ਼ਨ ਆਫ ਸਿਲਟ ਔਨ ਦ ਬੈਡਸ ਆਫ ਦ ਰਿਵਰਸ ਐਂਡ ਸਟਰੀਮਸ। ਨਦੀਆਂ ਅਤੇ ਦਰਿਆਵਾਂ ਦੇ ਤਲ 'ਤੇ ਮਿੱਟੀ ਦਾ ਜਮਾਅ। ਬ੍ਰੇਕਿੰਗ ਆਫ ਡੈਮਸ, ਬੰਨ੍ਹਾਂ ਦਾ ਟੁੱਟ ਜਾਣਾ। ਕੰਸਟਰਕਸ਼ਨ ਆਫ ਰੈਜ਼ੀਡੈਂਸ਼ੀਅਲ ਬਿਲਡਿੰਗਸ ਇਨ ਦ ਏਰੀਆਜ਼ ਅਫੈਕਟਡ ਬਾਏ ਦ ਰਿਵਰਸ। ਨਦੀਆਂ ਅਤੇ ਦਰਿਆਵਾਂ ਦੀ ਜਿਹੜੇ ਮਾਰ ਹੇਠ ਇਲਾਕੇ ਆਉਂਦੇ ਨੇ ਉਹਨਾਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਦਾ ਜਿਹੜਾ ਨਿਰਮਾਣ ਕਰਨਾ, ਉਹਨਾਂ ਦੀ ਕੰਸਟਰਕਸ਼ਨ ਕਰਨੀ। ਦ ਕੰਟਰੀਜ਼ ਆਫ ਸਾਊਥ ਏਸ਼ੀਆ ਆਰ ਬੈਡਲੀ ਅਫੈਕਟਡ ਬਾਏ ਦ ਫਲੱਡਸ। ਦ ਕੰਟਰੀਜ਼ ਲਾਈਕ ਚਾਈਨਾ, ਬੰਗਲਾਦੇਸ਼ ਐਂਡ ਇੰਡੀਆ ਹੈਵ ਟੂ ਫੇਸ ਦ ਪ੍ਰੋਬਲਮਸ ਆਫ ਫਲੱਡਸ। These floods do cause a big loss to life and property. Directly afterwards, also people are badly affected. Various diseases and epidemics. ਦੱਖਣੀ ਏਸ਼ੀਆ ਮਹਾਂਦੀਪ ਦੇ ਜਿਹੜੇ ਦੇਸ਼ ਨੇ ਮੁੱਖ ਤੌਰ 'ਤੇ ਹੜ੍ਹਾਂ ਦੀ ਮਾਰ ਹੇਠ ਆਉਂਦੇ ਨੇ। ਚੀਨ, ਬੰਗਲਾਦੇਸ਼ ਅਤੇ ਭਾਰਤ ਵਰਗੇ ਦੇਸ਼ ਵੀ ਜਿਹੜੇ ਆ ਉਹਨਾਂ ਨੂੰ ਵੀ ਹੜ੍ਹਾਂ ਵਰਗੀ ਆਫਤ ਦੇ ਨਾਲ ਜਿਹੜਾ ਉਹ ਜੂਝਣਾ ਪੈਂਦਾ। ਹੜ੍ਹ ਨੇ ਜਿਹੜੇ ਉਹ ਸਿੱਧੇ ਤੌਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਕਰਦੇ ਨੇ। ਇਸ ਤੋਂ ਬਾਅਦ ਵੀ ਲੋਕ ਆ ਜਿਹੜੇ ਉਹ ਕਈ ਬਿਮਾਰੀਆਂ ਜਾਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਅੱਗੇ ਨੈਕਸਟ ਜੋ ਅਸੀਂ ਡਿਸਕਸ ਕਰਾਂਗੇ ਉਹ ਹੈ ਫਲੱਡਸ ਐਂਡ ਪ੍ਰੋਟੈਕਸ਼ਨ। ਹੜ੍ਹ ਅਤੇ ਬਚ ਬਚਾ। ਅਸੀਂ ਆਪਣਾ ਇਸ ਤਰ੍ਹਾਂ ਦੀ ਜਿਹੜੀ ਨੈਚੁਰਲ ਡਿਜ਼ਾਸਟਰ ਆ ਉਸ ਤੋਂ ਅਸੀਂ ਆਪਣੀ ਪ੍ਰੋਟੈਕਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਉਹਦੇ ਬਾਰੇ ਡਿਸਕਸ ਕਰਾਂਗੇ। ਫਸਟ ਪੁਆਇੰਟ ਹੈ ਇਟ ਬਿਕਮਸ ਬੈਨੀਫਿਸ਼ੀਅਲ ਫਾਰ ਦ ਪੀਪਲ ਆਫ ਫਲੱਡ ਪ੍ਰੋਨ ਏਰੀਆ ਟੂ ਗੈਟ ਇਨਫੋਰਮੇਸ਼ਨ ਫਰੋਮ ਦ ਮਟੀਰੀਓਲੋਜੀ ਡਿਪਾਰਟਮੈਂਟ ਟਾਈਮ ਟੂ ਟਾਈਮ। ਇਨ ਕੇਸ ਆਫ ਡੇਂਜਰ ਦੇ ਸ਼ੁੱਡ ਲੀਵ that place and move to other safer places. If possible, they should also take their cattle along with or leave them free.
ਜਿਹੜੇ ਇਲਾਕੇ ਆ ਜਿਹੜੇ ਹੜ੍ਹਾਂ ਦੀ ਮਾਰ ਦੇ ਹੇਠ ਆਉਂਦੇ ਨੇ, ਉੱਥੋਂ ਦੇ ਲੋਕਾਂ ਨੂੰ ਜਦੋਂ ਮੌਸਮ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਲਾਭਕਾਰੀ ਹੋ ਸਕਦੀ ਹੈ, ਕਿਉਂਕਿ ਜੇਕਰ ਖਤਰਾ ਜ਼ਿਆਦਾ ਹੋਵੇ ਤਾਂ ਲੋਕਾਂ ਨੂੰ ਉਸ ਸਥਾਨ ਨੂੰ ਅਸਥਾਈ ਤੌਰ 'ਤੇ ਛੱਡ ਕੇ ਕਿਤੇ ਹੋਰ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣਾ ਚਾਹੀਦਾ। ਜੇਕਰ ਸੰਭਵ ਹੋਵੇ ਤਾਂ ਪਸ਼ੂਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਖੁੱਲ੍ਹੇ ਛੱਡ ਦੇਣਾ ਚਾਹੀਦਾ। ਅੱਗੇ ਸੈਕੰਡ ਪੁਆਇੰਟ ਹੈ ਬਿਫੋਰ ਦਾ ਫਲੱਡ ਸਟ੍ਰਾਈਕਸ all the belongings should be taken to the higher places if possible or kept it covered on the roof। ਹੜ੍ਹਾਂ ਦੇ ਆਉਣ ਤੋਂ ਪਹਿਲਾਂ ਜੇਕਰ ਸੰਭਵ ਹੋਵੇ ਤਾਂ ਜਿਹੜਾ ਆਪਣਾ ਸਮਾਨ ਆ ਉਹ ਕਿਸੇ ਉੱਚੀ ਜਗ੍ਹਾ ਜਾਂ ਫਿਰ ਛੱਤ 'ਤੇ ਰੱਖ ਕੇ ਉਹਨੂੰ ਢੱਕ ਕੇ ਰੱਖ ਦੇਣਾ ਚਾਹੀਦਾ। The affected people should be taken out with the help of third point ਰਹਿ ਗਿਆ only boiled water should be used for drinking purpose। ਹੜ੍ਹਾਂ ਦੀ ਹਾਲਤ ਦੇ ਵਿੱਚ ਸਾਨੂੰ ਜਿਹੜਾ ਪਾਣੀ ਆ ਉਹਨੂੰ ਉਬਾਲ ਕੇ ਪੀਣਾ ਚਾਹੀਦਾ। ਅੱਗੇ ਫੋਰਥ ਪੁਆਇੰਟ ਹੈ the affected people should be taken out with the help of the army and the helicopters। ਜਿਹੜੇ ਹੜ੍ਹਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਫੌਜ ਅਤੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ, ਉਹਨਾਂ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ। ਅੱਗੇ ਫਿਫਥ ਪੁਆਇੰਟ ਹੈ ਇਟ ਇਜ਼ ਦਾ ਡਿਊਟੀ ਆਫ ਦਾ ਗਵਰਨਮੈਂਟ ਟੂ ਅਰੇਂਜ ਫਾਰ ਦਾ ਫਲੱਡ ਐਂਡ ਮੈਡੀਕਲ ਫੈਸਿਲਿਟੀਜ਼ ਫਾਰ ਦਾ ਫਲੱਡ ਅਫੈਕਟਡ ਪੀਪਲ। ਜਿਹੜੇ ਹੜ੍ਹ ਪੀੜਤ ਲੋਕ ਨੇ ਉਹਨਾਂ ਵਾਸਤੇ ਦਵਾਈਆਂ ਅਤੇ ਖਾਣ ਪੀਣ ਦਾ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਸੋ ਸਰਕਾਰ ਦਾ ਇਹ ਫਰਜ਼ ਬਣਦਾ ਕਿ ਪ੍ਰਭਾਵਿਤ ਲੋਕਾਂ ਨੂੰ, ਹੜ੍ਹ ਪੀੜਤ ਲੋਕਾਂ ਦੀ ਮੈਡੀਕਲ ਦੇ ਤੌਰ 'ਤੇ ਜਾਂ ਖਾਣ ਪੀਣ ਦੇ ਜਿਹੜਾ ਸਮਾਨ ਆ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ। ਅੱਗੇ ਨੈਕਸਟ ਪੁਆਇੰਟ ਹੈ the government should also provide the houses to those whose houses have been destroyed in the floods। ਗਵਰਨਮੈਂਟ ਦਾ ਫਰਜ਼ ਬਣਦਾ ਹੈ ਕਿ ਉਹਨਾਂ ਲੋਕਾਂ ਨੂੰ ਜਿਹੜੇ ਹਾਊਸਿਸ ਆ, ਘਰ ਆ, ਉਹ ਮੁਹੱਈਆ ਕਰਵਾਉਣੇ ਚਾਹੀਦੇ ਨੇ ਜਿਨ੍ਹਾਂ ਦੇ ਘਰ ਹੜ੍ਹ ਦੇ ਕਾਰਨ ਜਿਹੜੇ ਨਸ਼ਟ ਹੋ ਗਏ ਨੇ। there should also be a proper medical arrangements to fight with the diseases and epidemics caused after the floods। ਹੜ੍ਹ ਤੋਂ ਬਾਅਦ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਦੇ ਨਾਲ ਨਜਿੱਠਣ ਦੇ ਲਈ ਮੈਡੀਕਲ ਸਹੂਲਤਾਂ ਦਾ ਜਿਹੜਾ ਉਹ ਪ੍ਰੋਪਰ ਅਰੇਂਜਮੈਂਟ ਹੋਣਾ ਚਾਹੀਦਾ, ਪ੍ਰਬੰਧ ਹੋਣਾ ਚਾਹੀਦਾ। ਅੱਗੇ ਲਾਸਟ ਪੁਆਇੰਟ ਹੈ ਇਟ ਬਿਕਮਸ the moral duty of every citizen to help the people who are affected by the problem like floods। ਹਰ ਇੱਕ ਨਾਗਰਿਕ ਦਾ ਇਹ ਇਨਸਾਨੀ ਤੌਰ 'ਤੇ ਫਰਜ਼ ਬਣਦਾ ਕਿ ਜਿਸ ਸਮੇਂ ਹੜ੍ਹ ਵਰਗੀ ਜਿਹੜੀ ਮੁਸੀਬਤ ਆਉਂਦੀ ਹੈ ਤਾਂ ਉਸ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਭਾਵ ਕਿ ਉਹਨਾਂ ਲੋਕਾਂ ਦੀ ਇਨਸਾਨੀਅਤ ਦੇ ਤੌਰ 'ਤੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਓਕੇ ਸਟੂਡੈਂਟਸ।